गुण गावो श्री गुरु रामदास गुण गावो गुरु अर्जन विगनन के नाशक विगनन के नाशक गुरु हर गोबिंद शुभ मत पर शुभ मत पर गुरु हर राय नमो कर जोरी नमो कर जोरी गुरु हर हर कृष्ण मनाए तेग बहादुर परम गिरपाला जी परम गिरपाला गुरु गोबिंद सिंह बेसाला गुरु गोबिंद सिंह बेसाला तरੋਂ ਤਰਾਪੁਰ ਪੁਨ ਪੁਨ ਸੀ साजी ਪੁਨ ਪੁਨ ਸੀ सा ਬੰਦੋ ਬਾਰ ਬਾਰ जगदीसा ਬੰਦੋ ਬਾਰ ਬਾਰ जगदीसा ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬਹੁਤ ਵਡਭਾਗੀ ਹੋ ਜੋ ਸ਼ਾਮ ਦੇ ਦੀਵਾਨ ਦੇ ਅੰਦਰ ਗੁਰੂ ਸਾਹਿਬ ਜੀ ਦੀ ਪਾਵਨ ਸਤ ਸੰਗਤ ਅੰਦਰ ਜੁੜ ਬੈਠੇ ਹੋ। ਕਿਉਂਕਿ ਸਤ ਸੰਗਤ ਦੇ ਵਿੱਚ ਆਇਆ ਮਨੁੱਖ ਦੇ ਕਈ ਪ੍ਰਕਾਰ ਦੇ ਮਾੜੇ ਕਰਮ ਰੁਕਦੇ ਨੇ, ਅੱਗੇ ਵਾਧਾ ਨਹੀਂ ਹੁੰਦਾ, ਪਿਛਲੇ ਖਤਮ ਹੁੰਦੇ ਨੇ। ਵੈਸੇ ਮਨੁੱਖ ਰੈਗੂਲਰ ਕਮਾਈ ਜਾਂਦਾ ਹੈ, ਉਹਨੂੰ ਖਤਮ ਕਰਨ ਦਾ ਉਪਰਾਲਾ ਇਹਦੇ ਕੋਲ ਨਹੀਂ ਹੈ। ਪਰ ਸਤ ਸੰਗਤ ਵਿੱਚ ਆ ਕੇ ਇਹਦੇ ਕਰਮ ਘਟਦੇ ਨੇ, ਮਾੜੇ ਕਰਮ ਘਟਦੇ ਨੇ, ਚੰਗੇ ਵੱਧਦੇ ਹਨ। ਆਪਾਂ ਕੱਲ੍ਹ ਤਾਈਂ ਇਹ ਸ਼ਰਵਣ ਕੀਤਾ ਸੀ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਭਾਈ ਰਾਮਾ ਜੀ ਦੀ ਪ੍ਰੀਖਿਆ ਲਈ, ਜਿਹਦੇ ਵਿੱਚੋਂ ਗੁਰੂ ਰਾਮਦਾਸ ਜੀ ਮਹਾਰਾਜ ਪ੍ਰੀਖਿਆ ਦੇ ਵਿੱਚ ਸਫਲ ਹੋਏ। ਆਓ ਹੁਣ ਜਿਵੇਂ ਅੱਗੇ ਕਥਾ ਚੱਲਦੀ ਹੈ, ਬੜੇ ਪਿਆਰ ਅਦਬ ਸਤਿਕਾਰ ਨਾਲ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰੂ ਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਗਤ ਖਜ਼ਾਨਾ ਖੁੱਲ ਰਹਿਓ ਸਤਿਗੁਰ ਕੇ ਦਰਬਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਸਤਿਗੁਰ ਦੇ ਦਰਬਾਰ ਵਿੱਚ ਭਗਤੀ ਦਾ ਖਜ਼ਾਨਾ ਖੁੱਲ੍ਹਿਆ ਹੋਇਆ ਹੈ। ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਮਨੁੱਖ ਨੂੰ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ। ਮਹਾਰਾਜ ਸੰਗਤਾਂ ਨੂੰ ਚਾਰ ਪਦਾਰਥ ਦਿੰਦੇ ਨੇ ਤੇ ਉਹਨੂੰ ਦਿੰਦਿਆਂ ਵੀ ਟਾਈਮ ਨਹੀਂ ਲੱਗਦਾ। ਬਾਣੀ ਵਿੱਚ ਸ਼ਬਦ ਆਉਂਦਾ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ, ਮੋਕਸ਼। ਦੁਨੀਆ ਦਾ ਜੋ ਵੀ ਪਸਾਰਾ ਅਸੀਂ ਵੇਖ ਰਹੇ ਹਾਂ, ਉਹ ਚਾਰ ਪਦਾਰਥਾਂ ਤੋਂ ਬਾਹਰ ਨਹੀਂ ਹੈ। ਸਭ ਕੁਝ ਚਾਰ ਪਦਾਰਥਾਂ ਦੇ ਅੰਦਰ ਹੀ ਹੈ। ਮਨੁੱਖ ਨੂੰ ਮੁਕਤੀ ਦੀ ਦਾਤ ਵੀ ਮਿਲ ਜਾਂਦੀ ਹੈ। ਧਰਮ ਦੀ, ਅਰਥ ਦਾ ਮਤਲਬ ਪੈਸੇ ਦੀ, ਕਾਮ ਦਾ ਮਤਲਬ ਕਾਮਨਾਵਾਂ ਦਾ ਸੰਪੂਰਨ ਹੋਣਾ।
ਇਹ ਸਾਰਾ ਕੁਝ ਮਨੁੱਖ ਨੂੰ ਮਿਲਦਾ ਹੈ, ਪਰ ਇਹਨੂੰ ਜਨਮਦਾਤੀ ਜਿਹੜੀ ਹੈ, ਇਹਨੂੰ ਦੇਣ ਵਾਲੀ ਉਹ ਭਗਤੀ ਹੈ। ਭਗਤੀ ਤੋਂ ਬਿਨਾਂ ਪ੍ਰਾਪਤੀ ਨਹੀਂ। ਤੇ ਉਹ ਪਰਮੇਸ਼ਰ ਆਪ ਹੀ ਕਿਸੇ ਨੂੰ ਬੰਦਗੀ ਵੱਲ ਲਾਉਂਦਾ ਹੈ। ਕਈ ਵਾਰੀ ਇਹ ਵੀ ਸੋਚਿਆ ਜਾਂਦਾ ਹੈ, ਜੇ ਉਹ ਆਪ ਹੀ ਲਾਉਂਦਾ ਹੈ ਫਿਰ ਸਾਨੂੰ ਜਾਣ ਦਾ ਕੀ ਫਾਇਦਾ ਹੈ। ਸਾਧ ਸੰਗਤ, ਇਹ ਜਿਹੜਾ ਫੁਰਨਾ ਪੈਦਾ ਕਰ ਰਿਹਾ ਇਹ ਵੀ ਉਹ ਆਪ ਹੀ ਕਰਦਾ ਹੈ, ਜਾਣਦਾ ਵੀ ਔਰ ਨਾ ਜਾਣਦਾ ਵੀ, ਦੋਵੇਂ। ਇਹੀ ਤੇ ਉਹਦੀ ਭਗਤੀ ਹੈ, ਇਹੀ ਤੇ ਪਰਮਾਤਮਾ ਦੀ ਮਰਜ਼ੀ ਹੈ। ਇਸ ਕਰਕੇ ਮਨੁੱਖ ਨੂੰ ਯਤਨ ਤੇ ਕਰਨਾ ਪੈਂਦਾ ਹੈ, ਪਰ ਯਤਨ ਕਰ ਕਰਕੇ ਮਨੁੱਖ ਹਾਰ ਜਾਂਦਾ ਹੈ, ਕਿਉਂਕਿ ਯਤਨਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੈ। ਉਹ ਬਹੁਤ ਵੱਡਾ ਹੈ, ਉਸ ਦਾ ਪਸਾਰਾ ਬੜਾ ਲੰਮਾ ਹੈ। ਮਨੁੱਖ ਉਹਨੂੰ ਬੜੇ ਛੋਟੇ ਦਿਮਾਗ ਦੇ ਨਾਲ ਵੇਖ ਰਹੇ ਹੈ। ਜੇ ਡੂੰਘੇ ਤੌਰ ਤੇ ਜਾਈਏ, ਮਨੁੱਖ ਦੀ ਜ਼ਿੰਦਗੀ ਕਿੰਨੀ ਕੁ ਹੈ। ਡੂੰਘੇ ਤੌਰ ਤੇ ਵੇਖੀਏ, ਮਨੁੱਖ ਦੀਆਂ 3 ਛਾਲਾਂ ਨੇ। ਪਹਿਲਾ ਵੱਡਾ ਹੁੰਦਾ ਹੈ, ਫਿਰ ਕੰਮ ਕਾਰਜ ਕਰਦਾ ਹੈ, ਵਿਆਹ ਹੁੰਦਾ ਹੈ, ਬੱਚੇ ਹੁੰਦੇ ਨੇ, ਉਹਨਾਂ ਦੇ ਵਿਆਹ ਹੁੰਦੇ ਨੇ, ਸਮਾਪਤੀ। ਇਸ ਤੋਂ ਵੱਧ ਕੇ ਕੁਝ ਨਹੀਂ। ਪਰ ਜੇ ਡੂੰਘੇ ਤੌਰ ਤੇ ਸਮਝੀਏ, ਇਸ ਦੁਨੀਆ ਤੇ ਮਨੁੱਖ ਦੀ ਪ੍ਰਾਪਤੀ ਬਹੁਤ ਵੱਡੀ ਹੋਣੀ ਹੈ। ਆਇਆ ਬਹੁਤ ਵੱਡੀ ਚੀਜ਼ ਲਈ ਹੈ, ਪਰ ਆਪਣੇ ਆਪ ਨੂੰ ਬੜਾ ਛੋਟਾ ਸਮਝ ਬੈਠਾ। ਔਰ ਦੂਜੀ ਗੱਲ, ਇਹ ਮਨੁੱਖ ਹੈ ਵੀ ਬਹੁਤ ਵੱਡਾ, ਪਰ ਆਪਣੇ ਸਵਰੂਪ ਨੂੰ ਭੁੱਲਿਆ ਹੋਇਆ ਹੈ। ਇਸ ਦੇ ਅੰਦਰ ਪਰਮਾਤਮਾ ਆਪ ਹੈ, ਸਾਰਿਆਂ ਦੇ ਅੰਦਰ ਹੀ ਬੈਠਾ, ਪਰ ਇਹਦੇ ਅੰਦਰ ਵੀ ਹੈ। ਔਰ ਇਹ ਪ੍ਰਾਪਤੀ ਉਸ ਦੀ ਕਰ ਸਕਦਾ ਹੈ। ਜਿਵੇਂ ਇੱਕ ਹਿਰਨ ਹੁੰਦਾ ਹੈ, ਹਿਰਨ ਦੇ ਅੰਦਰ ਖੁਸ਼ਬੂ ਵਾਲੀ ਕਸਤੂਰੀ ਹੁੰਦੀ ਹੈ, ਜਿਸ ਤੋਂ ਉਹਨੂੰ ਖੁਸ਼ਬੂ ਦੀ ਪ੍ਰਾਪਤੀ ਹੁੰਦੀ ਹੈ। ਪਰ ਹਿਰਨ ਸਾਰੀ ਉਮਰ ਬਾਰੀ-ਬਾਰ ਭੱਜਦਾ ਰਹਿੰਦਾ ਹੈ, ਉਹਨੂੰ ਖੁਸ਼ਬੂ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਸੋਚਦਾ ਹੈ ਕਿ ਜਿਹੜੀ ਖੁਸ਼ਬੂ ਕਿਤੋਂ ਬਾਹਰੋਂ ਆਉਂਦੀ ਹੈ, ਪਰ ਅਸਲ 'ਚ ਉਹਨੂੰ ਇਹ ਨਹੀਂ ਪਤਾ ਕਸਤੂਰੀ ਉਹਦੀ ਨਾਭੀ ਵਿੱਚ ਹੈ, ਮਿਰਗ ਦੀ ਨਾਭੀ ਵਿੱਚ। ਹੁਣ ਆਪਣੀ ਨਾਭੀ 'ਚੋਂ ਉਹ ਪ੍ਰਾਪਤ ਨਹੀਂ ਕਰਦਾ। ਐਵੇਂ ਮਨੁੱਖ ਇਹ ਸਮਝਦਾ ਹੈ, ਮੈਨੂੰ ਕਿਤੇ ਸੁੱਖ ਬਾਹਰੋਂ ਮਿਲਣਾ ਹੈ। ਬਾਹਰੋਂ ਨਹੀਂ, ਸੁੱਖ ਇਸ ਦੇ ਅੰਦਰ ਹੈ, ਬੰਦਗੀ ਵਿੱਚ ਹੈ। ਜਿਉਂ-ਜਿਉਂ ਬੰਦਗੀ ਕਰੇਗਾ, ਇਸ ਨੂੰ ਪਤਾ ਲੱਗਣਾ ਸ਼ੁਰੂ ਹੋਏਗਾ, ਸੁੱਖ ਤੇ ਮੇਰੇ ਅੰਦਰ ਸੀ, ਮੈਂ ਬਾਹਰ ਲੱਭਦਾ ਰਿਹਾ। ਜੇ ਬਾਹਰੋਂ ਸੁੱਖ ਲੱਭਣਾ ਹੁੰਦਾ ਫਿਰ ਹੁਣ ਤੇ ਲੱਭ ਜਾਣਾ ਸੀ। ਜੇ ਪਦਾਰਥਾਂ ਦੇ ਵਿੱਚੋਂ, ਰਸਨਾ ਦੇ ਵਿੱਚੋਂ ਲੱਭਣਾ ਹੁੰਦਾ, ਕਿੰਨੀ ਉਮਰ ਹੋ ਗਈ ਹੈ ਮਨੁੱਖ ਨੂੰ, ਕਿਸੇ ਨੂੰ 40 ਸਾਲ, 45, 50 ਸਾਲ, ਕਿ ਅੱਜ ਤੇ ਰਸਨਾ ਵਿੱਚੋਂ ਲੱਭਿਆ? ਨਹੀਂ ਲੱਭਿਆ। ਅੱਜ ਪਦਾਰਥ ਖਾਇਆ ਜਾਂਦਾ ਹੈ, ਜਿਵੇਂ ਪਹਿਲੀ ਮਨੁੱਖ ਬਾਈਟ ਖਾਂਦਾ ਹੈ, ਪਹਿਲੀ ਬੁਰਕੀ ਖਾਂਦਾ ਹੈ, ਸਵਾਦ ਕੁਝ ਹੋਰ ਹੈ, ਦੂਜੀ ਵਿੱਚ ਕੁਝ ਹੋਰ ਹੈ, ਘਟਦਾ ਜਾਂਦਾ ਹੈ। ਰਸਨਾ ਵਿੱਚੋਂ ਨਹੀਂ ਲੱਭਿਆ, ਕੰਨਾਂ ਦੇ ਵਿੱਚੋਂ ਲੋਕਾਂ ਦੀਆਂ ਗੱਲਾਂ ਸੁਣ ਕੇ ਨਹੀਂ ਲੱਭਿਆ, ਅੱਖਾਂ ਥਾਣੀ ਵੇਖ ਕੇ ਨਹੀਂ ਲੱਭਿਆ। ਇਹਦਾ ਮਤਲਬ ਰਸ ਕਿਤੇ ਹੋਰ ਹੈ, ਲੱਭ ਮਨੁੱਖ ਕਿਤੇ ਹੋਰ ਰਿਹਾ ਹੈ। ਇਸ ਕਰਕੇ ਮਹਾਰਾਜ ਜੀ ਨੇ ਮਹਾਨ ਬਾਉਲੀ ਦੀ ਰਚਨਾ ਕੀਤੀ ਹੈ, ਔਰ ਕਹਿੰਦੇ 4 ਪਦਾਰਥ ਗੁਰੂ ਦੇ ਦਰ ਤੇ ਨੇ, ਔਰ ਗੁਰੂ ਸਭ ਨੂੰ ਬਖਸ਼ ਦਿੰਦਾ ਹੈ। ਤੀਰਥ ਪਰਮ ਰਚਿਓ ਬੜ ਪੁੰਨਿਆ, ਸੇਵਤ ਭਏ ਪੁਰਖ ਸੋ ਧੰਨਿਆ। ਗੁਰੂ ਜੀ ਨੇ ਵੱਡੇ ਪੁੰਨ ਵਾਲਾ ਤੀਰਥ ਰਚਿਆ, ਜਿਨ੍ਹਾਂ ਨੇ ਵੀ ਉੱਥੇ ਸੇਵਾ ਕੀਤੀ ਹੈ, ਉਹ ਵਾਲੇ ਪੁਰਖ ਧੰਨ ਹੋ ਗਏ ਹਨ। ਮਹਾ ਮਹਾਤਮ ਹੈ ਜਿਸ ਕੇਰਾ, ਜਿਸ ਮੱਚੈ ਫਲ ਲਹਿ ਕਨੇਰਾ। ਜਿਸ ਦਾ ਮਹਾਤਮ ਬੜਾ ਵੱਡਾ ਹੈ, ਜਿਸ ਦੇ ਵਿੱਚ ਅਗਰ ਮਨੁੱਖ ਸ਼ਰਧਾ ਸਤਿਕਾਰ ਨਾਲ ਗੁਰੂ ਜੀ ਦੁਆਰਾ ਰਚੀ ਹੋਈ ਬਾਉਲੀ ਵਿੱਚ ਇਸ਼ਨਾਨ ਕਰਦਾ ਹੈ, ਉਸ ਦਾ ਮਹਾਤਮ ਬਹੁਤ ਹੀ ਵੱਡਾ ਹੈ। ਸੁੰਦਰ ਸੀਤਲ ਨਿਰਮਲ ਖਰੋ, ਅਤ ਕਬੀਰ ਨੀਰ ਜਿਹ ਭਰੋ। ਬਾਉਲੀ ਦਾ ਸੁੰਦਰ ਨੀਰ ਨਿਰਮਲ
ਅਤੇ ਅਤ ਗੰਭੀਰ ਜਿਹੜਾ ਜਲ ਉਸ ਦੇ ਵਿੱਚ ਭਰਿਆ ਹੋਇਆ ਹੈ। ਦੱਖਣ ਦੇਸ ਮਹਿ ਝਰਨਾ ਬਹਿਓ, ਸੁਰਸਰ ਕੋ ਪਰਵਾਹ ਤਹਿ ਲਹਿਓ। ਕਹਿੰਦੇ ਦੱਖਣ ਦਿਸ਼ਾ ਦੇ ਵਿੱਚ ਬੌਲੀ ਦੇ ਇੱਕ ਝਰਨਾ ਵਹਿੰਦਾ ਸੀ। ਉਸ ਝਰਨੇ ਦੇ ਵਿੱਚੋਂ ਗੰਗਾ ਦਾ ਜਲ ਉਸ ਦੇ ਅੰਦਰ ਪ੍ਰਵਾਹਿਤ ਹੋ ਰਿਹਾ ਹੈ। ਰਚੀ 84 ਜੇ ਸੋ ਪਾਨ, ਗਿਨ ਜਬ ਦੇਖੀ ਕਿਰਪਾ ਨਿਧਾਨ। ਮਹਾਰਾਜ ਜੀ ਨੇ ਉਹ ਜਿਹੜੀ ਬੌਲੀ ਹੈ ਉਹਦੇ ਵਿੱਚ 84 ਪੌੜੀਆਂ ਬਣਾਈਆਂ ਨੇ, ਅੱਜ ਵੀ ਹੈ। ਆਪ ਜੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਜਦੋਂ ਗੋਇੰਦਵਾਲ ਸਾਹਿਬ ਦਰਸ਼ਨ ਕਰੀਦੇ ਨੇ, ਉੱਥੇ ਅੱਜ ਵੀ ਬੌਲੀ ਹੈ। ਉਹਦੀਆਂ 84 ਪੌੜੀਆਂ ਨੇ। ਖੂਹ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਉਹ ਨੇ ਜਿਨ੍ਹਾਂ ਵਿੱਚੋਂ ਰੱਸੀ ਪਾ ਕੇ ਜਲ ਕੱਢਿਆ ਜਾਂਦਾ ਹੈ, ਇੱਕ ਸੀੜੀਆਂ ਵਾਲੇ ਖੂਹ ਹੁੰਦੇ ਸਨ। ਹਿਮਾਚਲ ਪ੍ਰਦੇਸ਼ ਅੱਜ ਵੀ ਉਹ ਬਾਉੜੀਆਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਉੱਥੇ ਧਰਤੀ 'ਚ ਪਾਣੀ ਨੇੜੇ ਹੀ ਹੈ। ਉਹਨੂੰ ਬਾਉੜੀ ਜਾਂ ਬਾਉਲੀ, ਉਧਰ ਬਾਵੜੀ ਵੀ ਕਿਹਾ ਜਾਂਦਾ ਹੈ। ਐਸੀ ਬੌਲੀ ਮਹਾਰਾਜ ਜੀ ਨੇ ਬਣਾਈ ਹੈ। ਮੁਖ ਤੇ ਬਾਕ ਕਹਿਓ ਤਿਸ ਕਾਲ, ਜੋ ਸਿੱਖ ਦਰਸਹਿ ਪ੍ਰੇਮ ਵਿਸਾਲ। ਮਹਾਰਾਜ ਜੀ ਨੇ ਫਿਰ ਬੜੇ ਪ੍ਰੇਮ ਦੇ ਨਾਲ ਵਚਨ ਕਿਹਾ, ਜਿਹੜੇ ਵੀ ਸਿੱਖ ਇੱਥੇ ਬੜੇ ਪ੍ਰੇਮ ਦੇ ਨਾਲ ਆ ਕੇ ਇਸ਼ਨਾਨ ਕਰਨਗੇ। ਬਾਰ 84 ਕਰਹਿ ਸਨਾਨ, ਇਤਨੇ ਜਪਜੀ ਪਾਠ ਬਖਾਨ। ਅਤੇ ਜਿਹੜਾ ਵੀ ਸਿੱਖ ਇੱਥੇ ਇਸ਼ਨਾਨ ਕਰੇਗਾ ਅਤੇ 84 ਹੀ ਪਾਠ ਜਪਜੀ ਸਾਹਿਬ ਦੇ ਕਰੇਗਾ। ਸਤਿਗੁਰ ਮੂਰਤ ਕਰਕੇ ਧਿਆਨ, ਮਿਟੈ 84 ਆਵਣ ਜਾਣ। ਅਤੇ ਜਿਹੜਾ ਗੁਰੂ ਦੀ ਮੂਰਤ ਨੂੰ ਧਿਆਨ ਵਿੱਚ ਰੱਖਦਾ ਹੋਇਆ ਇੱਥੇ ਪਾਠ ਕਰੇਗਾ, ਉਹਦੀ 84 ਖਤਮ ਹੋਏਗੀ। ਸਾਧ ਸੰਗਤ, ਇੱਥੇ ਗੱਲ ਇੱਕ ਬੜੀ ਗੰਭੀਰ ਕਹੀ ਹੈ ਕਵੀ ਜੀ ਨੇ, ਗੁਰੂ ਦੀ ਮੂਰਤ ਨੂੰ ਧਿਆਨ ਵਿੱਚ ਰੱਖਣਾ। ਕਿਉਂਕਿ ਮਨੁੱਖ ਦਾ ਧਿਆਨ ਏਡਾ ਗਹਿਰਾ ਨਹੀਂ ਹੈ। ਕਿਉਂਕਿ ਜਿਸ ਚੀਜ਼ ਦੇ ਵਿੱਚ ਧਿਆਨ ਗਹਿਰਾ ਹੋ ਜਾਂਦਾ ਹੈ, ਮਨੁੱਖ ਨੂੰ ਗਿਆਨ ਉਸੇ ਚੀਜ਼ ਦਾ ਹੁੰਦਾ ਹੈ। ਜਦੋਂ ਧਿਆਨ ਗਹਿਰਾ ਹੋਏਗਾ, ਧਿਆਨ ਲੱਗਣ ਲੱਗੇਗਾ, ਮਨੁੱਖ ਨੂੰ ਗਿਆਨ ਵੀ ਉਸੇ ਦਿਨ ਹੁੰਦਾ ਹੈ, ਉਹ ਤੋਂ ਪਹਿਲਾਂ ਨਹੀਂ। ਇਸ ਕਰਕੇ ਜਿਵੇਂ ਜਿਵੇਂ ਮਨੁੱਖ ਸ਼ੁਰੂ ਦੇ ਵਿੱਚ ਲੱਗਦਾ, ਉਹਨੂੰ ਕਿਹਾ ਜਾਂਦਾ ਤੂੰ ਬੰਦਗੀ ਕਰ, ਪਹਿਲੇ ਪਹਿਲੇ ਧਿਆਨ ਨਹੀਂ ਜੁੜਦਾ, ਮਨ ਭੱਜਦਾ ਰਹਿੰਦਾ ਹੈ, ਸਰੀਰ ਕਿਤੇ ਬੈਠਾ ਹੁੰਦਾ ਹੈ, ਧਿਆਨ ਕਿਤੇ ਹੁੰਦਾ ਹੈ। ਪਰ ਇਹ ਨਹੀਂ ਹੈ ਕਿ ਸਦਾ ਐਵੇਂ ਰਹਿੰਦਾ ਹੈ। ਅੱਜ ਧਿਆਨ ਥੋੜ੍ਹਾ ਜਿਹਾ ਜੁੜੇਗਾ, ਕੱਲ ਹੋਰ ਥੋੜ੍ਹਾ ਜੁੜੇਗਾ, ਕਈ ਵਾਰੀ ਸੈਕਿੰਡਾਂ ਦੇ ਹਿਸਾਬ ਨਾਲ ਧਿਆਨ ਜੁੜਦਾ ਹੈ। ਮਨੁੱਖ ਨੂੰ ਪਤਾ ਨਹੀਂ ਲੱਗਦਾ, ਧਿਆਨ ਜੁੜ ਜਾਂਦਾ ਹੈ। ਕਿਉਂਕਿ ਅਸੀਂ ਸਾਖੀ ਨਹੀਂ ਬਣ ਪਾਉਂਦੇ ਉਸ ਧਿਆਨ ਦੇ। ਪਰ ਜਿਵੇਂ ਜਿਵੇਂ ਬੰਦਗੀ ਚੱਲਦੀ ਰਹੇਗੀ, ਜਿਵੇਂ ਜਿਵੇਂ ਨਾਮ ਦਾ ਪ੍ਰਵਾਹ, ਬੰਦਗੀ ਵੱਧਦੀ ਰਹੇਗੀ, ਹੌਲੀ ਹੌਲੀ ਮਨ ਖਲੋਣਾ ਸ਼ੁਰੂ ਹੋ ਜਾਂਦਾ ਹੈ। ਮਨ ਸਹਿਜ ਦੇ ਵਿੱਚ ਆਉਣਾ ਸ਼ੁਰੂ ਹੁੰਦਾ ਹੈ, ਫਿਰ ਇਸ ਦਾ ਧਿਆਨ ਲੱਗਦਾ ਹੈ। ਫਿਰ ਜਦੋਂ ਧਿਆਨ ਲੱਗੇਗਾ, ਫਿਰ ਉਸ ਧਿਆਨ ਵਿੱਚ ਬੈਠਿਆਂ ਜਿਸ ਦਾ ਵੀ ਮਨੁੱਖ ਧਿਆਨ ਧਰੇਗਾ, ਕਿਸੇ ਗੁਰੂ ਦਾ, ਪੀਰ ਦਾ, ਉਹਨੂੰ ਉਹੋ ਜਿਹੇ ਫਲ ਪ੍ਰਾਪਤ ਹੋ ਜਾਂਦੇ। ਉਸ ਗੰਭੀਰ ਧਿਆਨ 'ਚ, ਉਸ ਧਿਆਨ ਦੇ ਵਿੱਚ ਕੀਤੀ ਹੋਈ ਪ੍ਰਾਰਥਨਾ ਕਦੇ ਵਿਅਰਥ ਨਹੀਂ ਜਾਂਦੀ, ਜਦੋਂ ਧਿਆਨ ਪੱਕਾ ਜੁੜਿਆ ਹੋਏ। ਹੁਣ ਇੱਥੇ ਕਹਿੰਦੇ ਨੇ ਜਿਹੜੇ ਧਿਆਨ ਦੇ ਨਾਲ, ਕਈ ਵਾਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਸੁਲਤਾਨਪੁਰ ਸਾਹਿਬ ਵੇਈ ਨਦੀ ਚੋਂ ਬਾਹਰ ਨਿਕਲੇ, ਮਹਾਰਾਜ ਚੁੱਭੀ ਮਾਰ ਕੇ, ਮਹਾਰਾਜ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਸਭ ਰੱਬ ਦਾ ਹੀ ਰਚਿਆ ਹੋਇਆ ਪਸਾਰਾ ਹੈ। ਫਿਰ ਜਿਹੜੇ ਉੱਥੋਂ ਦਾ ਰਾਜਾ ਹੈ ਦੌਲਤ ਖਾਨ। ਦੌਲਤ ਖਾਨ ਕਹਿੰਦਾ ਹੈ ਜਦੋਂ ਅਸੀਂ ਜਾਵਾਂਗੇ, ਸਾਨੂੰ ਕਬਰਾਂ ਵਿੱਚ ਦੱਬਿਆ ਜਾਂਦਾ ਹੈ। ਤੇ ਮੁਸਲਮਾਨ ਧਰਮ ਕਹਿੰਦਾ ਹੈ ਇੱਕ ਦਿਨ ਕਿਆਮਤ ਦਾ ਦਿਨ ਆਏਗਾ, ਕਬਰਾਂ ਦੇ ਵਿੱਚੋਂ ਮੁਰਦੇ ਬਾਹਰ ਨਿਕਲਣਗੇ ਤੇ ਮੁਹੰਮਦ ਸਾਹਿਬ ਰਸੂਲ ਜਿਨ੍ਹਾਂ ਦੀ ਗਵਾਹੀ ਭਰਨਗੇ, ਉਹਨਾਂ ਦੀ ਮੁਕਤੀ ਹੋਏਗੀ। ਤੁਸੀਂ ਕੀ ਵਿਚਾਰ ਦਿੰਦੇ ਹੋ? ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਗੱਲ ਇਹ ਨਹੀਂ ਹੈ
ਪੈਗੰਬਰ ਗਵਾਹੀ ਕਿਹਨਾਂ ਦੀ ਭਰੇਗਾ? ਕਹਿੰਦੇ ਪੈਗੰਬਰ ਗਵਾਹੀ ਉਹਨਾਂ ਦੀ ਭਰਦਾ ਜਿਹੜੇ ਕਿਸੇ ਦੇ ਹੱਕ ਨਹੀਂ ਖਾਂਦੇ, ਆਪਣੇ ਹੱਕ ਦੀ ਖਾਂਦੇ ਨੇ। ਭਾਵੇਂ ਕਿਸੇ ਵੀ ਧਰਮ ਦੀ ਸਾਧਨਾ ਕਰ ਰਿਹਾ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇੱਕ ਹਿੰਦੂ ਮਜ਼ਹਬ ਦੇ ਵਿੱਚ ਜਨਮਿਆ ਹੋਇਆ ਮਨੁੱਖ ਜੇ ਕਿਤੇ ਵੇਦਾਂ ਦਾ ਪਾਠ ਕਰਦਾ ਹੈ, ਰਹਿਤ ਨਹੀਂ ਰੱਖ ਰਿਹਾ, ਉਹਦੇ ਲਈ ਐਵੇਂ ਹੈ ਜਿਵੇਂ ਹੱਕ ਪਰਾਇਆ ਖਾਏ, ਜਿਵੇਂ ਗਊ ਦਾ ਮਾਸ ਖਾ ਲੈਣਾ। ਇੰਨਾ ਗੰਭੀਰ ਪਾਪ ਹੈ। ਮੁਸਲਮਾਨ ਲਈ ਸੂਰ ਹੈ। ਕਹਿੰਦੇ ਅਸਲ 'ਚ ਜਿਹੜੇ ਮਨੁੱਖ ਕਿਸੇ ਦਾ ਹੱਕ ਖਾਂਦੇ ਨੇ, ਗੁਰੂ ਪੀਰ ਪ੍ਰਮਾਤਮਾ ਉਹਨਾਂ ਦਾ ਕਦੀ ਹਮ ਹੀ ਨਹੀਂ ਭਰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ ਚਲੋ ਤੁਹਾਡੇ ਦੇ ਲਈ ਜੇ ਹਿੰਦੂ ਤੇ ਮੁਸਲਮਾਨ ਇੱਕ ਹੀ ਹੈ, ਫਿਰ ਐਵੇਂ ਕਰੋ, ਚਲੋ ਤੁਸੀਂ ਮਸੀਤ ਦੇ ਵਿੱਚ ਜਾ ਕੇ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਪੜ੍ਹ ਲਵਾਂਗੇ, ਸਾਨੂੰ ਨਮਾਜ਼ ਪੜ੍ਹਨ ਦੀ ਕੀ ਦਿੱਕਤ ਹੈ, ਚਲੋ। ਚਲੇ ਗਏ। ਨਮਾਜ਼ ਪੜ੍ਹਦੇ ਪੜ੍ਹਦੇ ਮਹਾਰਾਜ ਉੱਠ ਖਲੋਤੇ। ਕਹਿੰਦੇ ਵੇਖਿਆ ਨਾਨਕ, ਅਸੀਂ ਨਮਾਜ਼ ਪੜ੍ਹੀ, ਤੂੰ ਝੂਠ ਬੋਲਦਾ ਹੈ। ਅੱਲਾ ਤੇ ਹਿੰਦੂ ਤੇ ਮੁਸਲਮਾਨ ਤੇਰੇ ਲਈ ਬਰਾਬਰ ਨੇ, ਤੂੰ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਨਮਾਜ਼ ਮੈਂ ਕਿਹਦੇ ਨਾਲ ਪੜ੍ਹਦਾ, ਇਹ ਤੇ ਮੈਨੂੰ ਦੱਸੋ। ਕਹਿੰਦੇ ਅਸੀਂ ਬੈਠੇ ਸਾਂ। ਨਹੀਂ। ਕਹਿੰਦੇ ਕਾਜੀ ਜੀ ਤੁਸੀਂ ਨਮਾਜ਼ 'ਚ ਨਹੀਂ ਸੀ ਬੈਠੇ, ਤੁਸੀਂ ਆਪਣੇ ਘਰ ਬੈਠੇ ਸੀ। ਸਰੀਰ ਤੁਹਾਡਾ ਮਸਜਿਦ ਵਿੱਚ ਹੈ ਤੇ ਤੁਹਾਡਾ ਧਿਆਨ ਤੁਹਾਡੇ ਘਰ ਇੱਕ ਘੋੜੀ ਸੂਈ ਹੈ, ਉਹਨੇ ਵਛੇਰਾ ਦਿੱਤਾ ਹੈ, ਉਹਦੇ ਵਿੱਚ ਸੀ, ਕਿਤੇ ਉਹਦੇ ਖੱਡੇ 'ਚ ਨਾ ਡਿੱਗ ਜਾਏ। ਫਿਰ ਜਿਹੜਾ ਨਵਾਬ ਕਹਿੰਦਾ ਮੇਰੇ ਨਾਲ ਪੜ੍ਹ ਲੈਣੀ ਸੀ, ਕਹਿੰਦੇ ਤੁਹਾਡਾ ਧਿਆਨ ਜਿਹੜਾ ਹੈ ਕਾਬਲ ਦੇ ਵਿੱਚ ਘੋੜੇ ਖਰੀਦਣ ਗਿਆ ਹੋਇਆ ਸੀ, ਤੁਸੀਂ ਵੀ ਇੱਥੇ ਨਹੀਂ ਸੀ। ਸਾਧ ਸੰਗਤ ਇਸ ਕਰਕੇ ਮਨੁੱਖ ਦੀ ਅਰਦਾਸ ਪਰਮਾਤਮਾ ਦੇ ਦਰ ਤੇ ਕਿਉਂ ਨਹੀਂ ਪਹੁੰਚਦੀ? ਕਿਉਂਕਿ ਧਿਆਨ ਹੀ ਹਜੇ ਤੇ ਨਹੀਂ ਪਹੁੰਚਿਆ। ਹੱਥ ਕਿਤੇ ਜੁੜੇ ਹੁੰਦੇ ਨੇ, ਧਿਆਨ ਕਿਤੇ ਹੁੰਦਾ ਹੈ। ਕੰਨ ਕੁਝ ਸੁਣ ਰਹੇ ਨੇ, ਅੱਖਾਂ ਕੁਝ ਵੇਖ ਰਹੀਆਂ ਨੇ, ਹੱਥ ਕੁਝ ਕਰ ਰਹੇ ਹੈ, ਮੂੰਹ ਕੁਝ ਕਰ ਰਿਹਾ ਹੈ। ਚਾਰੇ ਆਪੋ ਆਪਣੇ ਕੰਮ 'ਚ ਲੱਗੇ ਹੋਏ ਨੇ। ਜਿਸ ਦਿਨ ਸਾਰੇ ਇੱਕ ਹੋ ਜਾਣ, ਉਸ ਦਿਨ ਪਰਮਾਤਮਾ ਦੇ ਦਰ ਤੇ ਪ੍ਰਾਰਥਨਾ ਪਹੁੰਚ ਜਾਂਦੀ, ਉਸ ਤੋਂ ਪਹਿਲਾਂ ਨਹੀਂ। ਜਿਸ ਦਿਨ ਅੱਖਾਂ, ਕੰਨ, ਜੇਬਾ ਇਹ ਸਾਰੇ ਇਕੱਠੇ ਹੋ ਜਾਣ, ਉਸ ਦਿਨ ਅਰਦਾਸ ਪਹੁੰਚਦੀ ਹੈ, ਉਸ ਤੋਂ ਪਹਿਲਾਂ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਧਿਆਨ ਦੇ ਵਿੱਚ ਜੁੜਦੇ ਨੇ, ਜਿਨ੍ਹਾਂ ਦਾ ਧਿਆਨ ਇੱਕ ਹੋ ਜਾਂਦਾ ਹੈ, ਜੋ ਅੱਖਾਂ ਵੇਖ ਰਹੀਆਂ ਨੇ ਉਹੀ ਮਨ ਸੋਚ ਰਿਹਾ ਹੈ, ਉਹੀ ਜੀਭਾ, ਸਾਰੇ ਇੱਕ ਥਾਂ ਖਲੋਤੇ ਨੇ ਪਰਮੇਸ਼ਰ ਤੇ, ਉਸ ਦਿਨ ਮਨੁੱਖ ਦਾ ਧਿਆਨ ਸੰਪੂਰਨ ਹੋ ਜਾਂਦਾ ਹੈ। ਜਿਉ ਕਿਉ ਪਾਏ ਭਗਤ ਕਰ, ਜਿਉ ਕਿਉ ਪਾਏ ਭਗਤ ਗੁਰ ਕੇਰੀ, ਮਿਟਹਿ ਜੂਨ ਤਿਹ ਭਰਮਨ ਕੁਫੇਰੀ। ਮਹਾਰਾਜ ਕਹਿੰਦੇ ਨੇ ਗੁਰੂ ਦੀ ਭਗਤੀ ਪ੍ਰਾਪਤ ਕਰਨ ਦੇ ਨਾਲ, ਪਰਮੇਸ਼ਰ ਦੀ ਭਗਤੀ ਦੇ ਵਿੱਚ ਜੁੜਨ ਦੇ ਨਾਲ ਮਨੁੱਖ ਦੀ 84 ਲੱਖ ਯੋਨੀ ਖਤਮ ਹੋ ਜਾਂਦੀ ਹੈ। ਅਪਰ ਮਨੋਰਥ ਧਰ ਕਰ ਨਾਵੈ, ਸਰਦਾ ਧਰੈ ਤੁਰਤ ਸੋ ਪਾਵੈ। ਇੱਕ ਹੋਰ ਗੱਲ ਕਹਿੰਦੇ ਨੇ, ਮਨੋਰਥ ਕੋਈ ਵੀ ਧਰੇ, ਇਹ ਨਹੀਂ। ਬਾਣੀ ਕਹਿੰਦੀ ਜਿਤੜੇ ਫਲ ਮਨ ਬਾਛੀਐ, ਤਿਤੜੇ ਸਤਿਗੁਰ ਪਾਸ। ਮਨੁੱਖ ਜੇ ਪਰਮੇਸ਼ਰ ਦੇ ਅੱਗੇ ਇਹ ਰੱਖੇ ਹੈ ਪਰਮੇਸ਼ਰ ਤੇਰੀ ਬੰਦਗੀ ਕਰਾਂਗਾ, ਮੈਨੂੰ ਮਾਇਆ ਦੇ ਦੇ, ਉਹਨੂੰ ਪੈਸਾ ਦੇ ਦੇਵੇਗਾ। ਮਨੋਰਥ ਕੋਈ ਵੀ ਧਰੇ, ਮਨੋਰਥ ਪਰਮਾਤਮਾ ਉਹੀ ਪੂਰਾ ਕਰ ਦਿੰਦਾ ਹੈ। ਕਿਉਂਕਿ ਅਸੀਂ ਜੋ ਵੀ ਉਹਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਉਹੀ ਸਾਨੂੰ ਮਿਲਦਾ ਹੈ, ਪੁੱਠਾ ਹੋ ਕੇ ਉਹੀ ਮਿਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਦਿੱਤਾ ਲਈਏ ਆਪਣਾ, ਅਣਦਿੱਤਾ ਕਿਛ ਹੱਥ ਨਾ ਆਵੇ। ਇਹ ਰਸਨਾ ਦੇ ਨਾਲ ਜੋ ਕੁਝ ਵੀ ਬੀਜਿਆ ਉਹੀ ਮਿਲਦਾ ਹੈ। ਇਹਨਾਂ ਕੰਨਾਂ ਦੇ ਨਾਲ ਜੋ ਵੀ ਸੁਣਿਆ ਉਹੀ ਮਿਲਦਾ ਹੈ। ਮਨ ਦੇ ਨਾਲ ਜਿਹੜੇ ਵੀ ਬੀਜ ਬੀਜੇ ਨੇ ਉਹੀ ਵਾਪਸ ਮਿਲਣੇ ਨੇ, ਹੋਰ ਕੁਝ ਨਹੀਂ ਮਿਲਣਾ, ਆਪਣਾ ਹੀ ਮਿਲਣਾ ਹੈ। ਜੋ ਕੁਝ ਬੀਜਿਆ ਉਹੀ ਮਿਲਣਾ ਹੈ। ਸਾਧ ਸੰਗਤ ਜਦੋਂ ਕਿੱਕਰ ਦੇ ਬੀਜ ਹੱਥ ਵਿੱਚ ਫੜੇ ਹੋਣ ਨਾ, ਬੀਜ ਵੇਖਿਆ ਨਹੀਂ ਪਤਾ ਲੱਗਦਾ ਇਹਦੇ ਵਿੱਚ ਸੂਲਾਂ ਨੇ। ਜ਼ਬਾਨ ਚੋਂ ਮਾੜਾ ਜਦੋਂ ਬੋਲੀਦਾ ਉਦੋਂ ਨਹੀਂ ਪਤਾ ਲੱਗਦਾ ਇਹ ਮੇਰਾ ਬੋਲਿਆ ਹੋਇਆ ਬਚਨ ਸੂਲਾਂ ਪੈਦਾ ਕਰੇਗਾ, ਉਦੋਂ ਨਹੀਂ ਪਤਾ ਲੱਗਦਾ।
ਅੱਖਾਂ ਥਾਣੀ ਵੇਖਿਆ ਹੋਇਆ ਮਾੜਾ ਜਦੋਂ ਵੇਖ ਲਿਆ ਕਿਸੇ ਦਾ ਧਨ ਕਿਸੇ ਦਾ ਰੂਪ ਉਦੋਂ ਨਹੀਂ ਪਤਾ ਲੱਗਦਾ। ਇੱਕ ਦਿਨ ਉਹ ਬਣਿਆ ਹੋਇਆ ਅੰਦਰ ਸੂਲ ਪੈਦਾ ਕਰੇਗਾ, ਉਸ ਦਿਨ ਪਤਾ ਲੱਗੇਗਾ। ਫਿਰ ਮਨੁੱਖ ਇਹ ਕਹਿੰਦਾ ਹੈ, ਕਿਉਂਕਿ ਸਾਧ ਸੰਗਤ ਮਨੁੱਖ ਦੁਨਿਆਵੀ ਤੌਰ ਤੇ ਕਣਕ ਦਾ ਬੀਜ ਬੀਜੇ ਨਾ ਪੈਲੀ ਵਿੱਚ ਬੜਾ ਸੁਚੇਤ ਹੁੰਦਾ ਹੈ, ਬੀਜਣ ਲੱਗਿਆਂ ਵੀ ਤੇ ਵੱਢਣ ਲੱਗਿਆਂ ਵੀ। ਪਰ ਧਰਮ ਦੀ ਦੁਨੀਆ ਵਿੱਚ ਬੀਜਦਿਆਂ ਇਹ ਸੁਚੇਤ ਨਹੀਂ ਹੈ, ਵੱਢਣ ਲੱਗਿਆਂ ਸੁਚੇਤ ਹੁੰਦਾ ਵੀ ਇਹ ਕੀ ਬੀਜ ਬੈਠਾ। ਇਸ ਕਰਕੇ ਮਨੁੱਖ ਜਦੋਂ ਬੀਜ ਬੀਜਦਾ ਹੈ ਉਹੀ ਉਹਨੂੰ ਮਿਲਣਾ, ਜਿਹੜਾ ਵੀ ਬੀਜੇਗਾ। ਪਰਮਾਤਮਾ ਅੱਗੇ ਜਿਹੜੀ ਵੀ ਅਰਦਾਸ ਇਹ ਕਰਦਾ ਉਹੀ ਵਾਪਸ ਮਿਲਦੀ ਹੈ। ਇਸ ਕਰਕੇ ਨਾ ਜੇ ਇਹ ਆਪਣੇ ਮਨ ਦੇ ਵਿੱਚ ਕਿਸੇ ਦੀ ਈਰਖਾ ਧਾਰਨ ਕਰੇ, ਕਿਸੇ ਦੇ ਮਾਇਆ ਤੋਂ ਜਲੇ, ਫਿਰ ਇਹਨੂੰ ਦੁਬਾਰਾ ਇਹਦੀ ਜ਼ਿੰਦਗੀ 'ਚ ਈਰਖਾ ਹੀ ਮਿਲਣੀ ਹੈ, ਰੋਣੇ ਹੀ ਮਿਲਣਗੇ। ਕਿਸੇ ਦੇ ਰੋਣੇ ਸੋਚ ਰਿਹਾ ਇਹਨੂੰ ਵੀ ਮਿਲਣਗੇ। ਬੀਜਿਆ ਤੇ ਇਹਨੇ ਆਪਣੇ ਮਨ 'ਚ ਹੈ ਨਾ, ਉਹਦੇ ਲਈ ਬੀਜਿਆ, ਪਰ ਬੀਜਿਆ ਤੇ ਆਪਣੇ ਮਨ 'ਚ ਹੈ, ਧਰਤੀ ਤੇ ਆਪਣੀ ਹੈ, ਇਹਨੂੰ ਮਿਲੇਗਾ ਹੀ ਮਿਲੇਗਾ। ਇਸ ਕਰਕੇ ਅਰਦਾਸ ਵਿੱਚ ਨਾ ਲਾਸਟ ਦੇ ਵਿੱਚ ਸ਼ਬਦ ਐਡ ਕੀਤੇ ਗਏ ਵੀ ਕਿਤੇ ਮਨੁੱਖ ਉਰਾਂ ਪਰਾਂ ਗੱਲ ਕਰ ਵੀ ਲੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਕਹਿਣਾ ਪਿਆ ਕਿਉਂ? ਕਿਤੇ ਐਵੇਂ ਨਾ ਹੋਏ ਮਨੁੱਖ ਬੀਜ ਗਲਤ ਬੀਜ ਲਏ। ਮਨੁੱਖ ਇਸ ਕਰਕੇ ਜੇ ਜ਼ਿੰਦਗੀ ਦੇ ਵਿੱਚ ਦੁੱਖ ਨੇ ਫਿਰ ਕਿਸੇ ਦੇ ਹੋ ਸਕਦੇ ਨੇ, ਹੋ ਸਕਦਾ ਹੈ ਕਿਸੇ ਦੇ ਲਈ ਮਾੜਾ ਸੋਚਿਆ ਹੋਵੇ। ਸਾਧ ਸੰਗਤ ਬੜੀ ਵਾਰੀ ਇਹ ਬੇਨਤੀ ਕੀਤੀ ਹੈ, ਇਹ ਜ਼ਰੂਰੀ ਨਹੀਂ ਇਹਨਾਂ ਹੱਥਾਂ ਨਾਲ ਕਿਸੇ ਦਾ ਮਾੜਾ ਕਰੀਏ ਤਾਂ ਹੀ ਮਿਲਦਾ, ਇਹ ਜ਼ਰੂਰੀ ਨਹੀਂ ਹੈ। ਕਈ ਵਾਰੀ ਜੀਭ ਦੇ ਨਾਲ ਮਾੜਾ ਬੋਲੀਏ ਉਹ ਵੀ ਮਿਲਣਾ ਹੁੰਦਾ ਹੈ ਵਾਪਸ। ਕਰਮ 3 ਪ੍ਰਕਾਰ ਦੇ ਨੇ, 3 ਤਰੀਕਿਆਂ ਨਾਲ ਕਮਾਏ ਜਾਂਦੇ ਨੇ। ਜਿਹਬਾ ਨਾਲ ਕਮਾਏ ਜਾਂਦੇ ਨੇ, ਮਨ ਨਾਲ ਕਮਾਏ ਜਾਂਦੇ ਨੇ, ਹੱਥਾਂ ਨਾਲ ਕਮਾਏ ਜਾਂਦੇ ਨੇ। ਕਈ ਵਾਰੀ ਜੀਭ ਨਾਲ ਵੀ ਨਹੀਂ ਕਮਾਏ, ਮਨ ਨਾਲ ਹੀ ਮਾੜਾ ਸੋਚ ਰਿਹਾ ਕਿਸੇ ਦਾ, ਉਹ ਵੀ ਮਿਲਣਾ ਹੈ। ਔਰ ਸਾਧ ਸੰਗਤ ਸਭ ਤੋਂ ਜ਼ਿਆਦਾ ਮਨੁੱਖ ਮਾੜਾ ਜੇ ਕਮਾਉਂਦਾ ਮਨ ਨਾਲ ਕਮਾਉਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਬਾਰ-ਬਾਰ ਮਨ ਦਾ ਜ਼ਿਕਰ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਗੁਰਬਾਣੀ ਕਹਿੰਦੀ ਮੇਰਿਆ ਮਨਾ ਤੂੰ ਰੱਬ ਨਾਲ ਜੁੜ, ਕਿਉਂ ਪਾਪ ਤੂੰ ਕਮਾਉਣਾ ਹੈ। ਮਾੜਾ ਮਨ ਕਮਾ ਰਿਹਾ ਹੈ, ਇਸ ਕਰਕੇ ਮਨ ਨੂੰ ਬਾਰ-ਬਾਰ ਪਰਮੇਸ਼ਰ ਨਹੀਂ ਜੁੜਨ ਲਈ ਕਿਹਾ ਗਿਆ ਹੈ। ਅਨਿਕ ਅਗਨ ਕੀ ਨਾਸਨ ਹਾਰੀ, ਭਈ ਬਾਪਿਕਾ ਨਿਰਮਲ ਭਾਰੀ। ਇਸ ਕਰਕੇ ਇਹ ਜਿਹੜੀ ਬੌਲੀ ਅਸੀਂ ਰਚੀ ਹੈ, ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਕਈ ਪਾਪਾਂ ਨੂੰ ਨਾਸ ਕਰੇਗੀ, ਕਈਆਂ ਦੇ ਪਾਪਾਂ ਨੂੰ ਦੂਰ ਕਰ ਦੇਵੇਗੀ। ਗੁਰ ਸਿੱਖਿਆਨ ਹਰ ਖਾਵਣ ਵਾਰੀ, ਜਲ ਪੀਏ ਨਿਰਮਲ ਉਰਕਾਰੀ। ਜਦੋਂ ਵੀ ਗੁਰਸਿੱਖਾਂ ਨੇ ਇਹ ਗੱਲ ਗੁਰੂ ਦੇ ਮੁਖ ਤੋਂ ਸੁਣੀ ਖੁਸ਼ ਹੋ ਗਏ ਤੇ ਬੌਲੀ ਦਾ ਜਿਹੜਾ ਨਿਰਮਲ ਜਲ ਹੈ ਉਹ ਛਕ ਰਹੇ ਹਨ। ਕਰੈ ਇਸਨਾਨ ਦਾਨ ਜੋ ਦੇਵੈ, ਗੁਰਬਾਣੀ ਪੜ ਕਰ ਸੁਖ ਲੇਵੈ। ਜਿਹੜਾ ਵੀ ਮਨੁੱਖ ਇਸ਼ਨਾਨ ਕਰੇਗਾ, ਗੁਰਬਾਣੀ ਪੜ੍ਹੇਗਾ, ਉਸ ਨੂੰ ਇੱਥੋਂ ਸੁੱਖਾਂ ਦੀ ਪ੍ਰਾਪਤੀ ਹੋਇਆ ਕਰੇਗੀ। ਤਿਨ ਕੋ ਫਲ ਹੋਵੇ ਅਬਿਨਾਸੀ, ਕਰੈ ਬਿਨਾਸਨ ਜਮ ਕੀ ਫਾਸੀ। ਨਾਲ ਹੀ ਮਹਾਰਾਜ ਨੇ ਵਰ ਦਿੱਤਾ, ਜਿਹੜਾ ਵੀ ਇਸ਼ਨਾਨ ਕਰੇਗਾ ਉਹਦੀ ਜਮਾਂ ਦੀ ਫਾਸੀ ਦੂਰ ਹੋ ਜਾਏਗੀ। ਸਾਧ ਸੰਗਤ ਅਸਲ ਦੇ ਵਿੱਚ ਜੇ ਮਨੁੱਖ ਮੰਨਣ ਤੇ ਆਏ ਸਭ ਕੁਝ ਹੈ, ਜੇ ਨਾ ਮੰਨਣ ਤੇ ਆਏ ਫਿਰ ਕੁਝ ਵੀ ਨਹੀਂ ਹੈ। ਇੱਕ ਗੱਲ ਸਮਝਣਾ, ਮੈਂ ਇਹਨੂੰ ਥੋੜਾ ਜਿਹਾ ਹੋਰ ਡੂੰਘੇ ਤੌਰ ਤੇ ਐਕਸਪਲੇਨ ਕਰਾਂਗਾ। ਜੇ ਮੰਨਣ ਤੇ ਆਏ ਪਰਮਾਤਮਾ ਹੈ, ਮੰਨਣ ਤੇ ਆਏ ਨਹੀਂ ਹੈ, ਬੜੇ ਲੋਕਾਂ ਨੇ ਕਿਹਾ ਨਹੀਂ ਹੈ। ਜੇ ਮੰਨਣ ਤੇ ਆਏ ਭੈਣ ਭਰਾ ਦੇ ਰਿਸ਼ਤੇ ਹੈ ਨੇ, ਜੇ ਨਾ ਮੰਨਣ ਤੇ ਆਏ ਨਹੀਂ। ਇੱਥੇ ਕਿਹੜਾ ਕੋਈ ਡੋਰਾਂ ਵੱਜੀਆਂ ਨੇ ਭੈਣ ਭਰਾ ਦੀਆਂ। ਮੰਨਣ ਤੇ ਆਏ ਤੇ ਸਭ ਕੁਝ ਹੈ, ਨਾ ਮੰਨਣ ਤੇ ਆਏ ਕੁਝ ਵੀ ਨਹੀਂ। ਮੰਨਣ ਤੇ ਆਏ ਸੰਗਤ ਦੇ ਚਰਨਾਂ ਦੀ ਧੂੜ ਇਹਦੇ ਵੱਡੇ ਵੱਡੇ ਰੋਗ ਠੀਕ ਕਰ ਸਕਦੀ ਹੈ। ਨਾ ਮੰਨਣ ਤੇ ਆਏ ਦਵਾਈ ਵੀ ਖਾ ਲੇ, ਦਵਾਈ ਵੀ ਰੋਗ ਠੀਕ ਨਹੀਂ ਕਰਦੀ। ਨਾ ਮੰਨਣ ਤੇ ਆਏ ਕਹਿੰਦੇ ਨੇ ਜੇ ਕਿਤੇ ਮਨ ਦਵਾਈ ਖਾ ਕੇ ਮਨ ਵਿੱਚ ਇਹ ਤਰਕ ਪੈਦਾ ਹੋ ਜਾਏ ਨਾ, ਇਹ ਮੈਨੂੰ ਲਾਭ ਨਹੀਂ ਕਰੇਗੀ, ਦਵਾਈ ਕਦੇ ਲਾਭ ਨਹੀਂ ਕਰਦੀ। ਮੰਨਣ ਤੇ ਆਏ ਕੀਤੀ ਹੋਈ ਅਰਦਾਸ ਰੱਬ ਦੇ ਦਰ ਤੇ ਪਹੁੰਚ ਸਕਦੀ ਹੈ। ਨਾ ਮੰਨਣ ਤੇ ਆਏਗਾ ਕੀ ਅਰਦਾਸ ਹੈ, ਇੱਥੇ ਖਲੋ ਕੇ ਕਰ ਰਿਹਾ, ਅੱਗੇ ਗੁਰੂ ਜੀ ਬੈਠੇ ਨੇ, ਕਿਹਦੇ ਅੱਗੇ ਅਰਦਾਸ ਕਰ ਰਹੇ? ਮੰਨਣ ਤੇ ਆਏ। ਮੰਨਣ ਤੇ ਆਏ ਸਭ ਕੁਝ ਹੀ ਮੰਨਿਆ ਜਾ ਸਕਦਾ ਹੈ।
जे रद्द करन ते आए कुछ भी रद्द किया जा सकता है। ਵੱਡੇ ਵੱਡੇ लोगों ने रद्द करन ते आए रब नूं रद्द कर दिता। ਵੱਡੇ ਵੱਡੇ नास्तिकां ने नीतशे ने कह दिता सी रब मर गया है, कह दिता सी। जदों रद्द करन ते आए फिर कुछ भी नहीं है, मनण ते आए। हुण कई वारी दो तरीके दीयां धारावां ने, कई ऐसे ने कि कहंदे रब है भी है नहीं भी है, कई बिल्कुल ही कोरे ने नहीं है। ये जिहड़ी प्रथा है ना, जिन्हां वास्ते है भी है नहीं भी है, ये ज़्यादा ने, ये दोवें बेड़ियां 'च पैर रखते हैं। अद्धी कि इन्हां दी शरधा ये भी है भी ये गल तो ठीक है भी बौली विच इशनान कीतिया, फिर थोड़ी जी अपनी बुद्धि वरते नहीं 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 बौली विच इशनान कीतिया किवें, उत्थे ते शरीर ने इशनान करना, मन किवें पवित्र हो जाएगा। पर अपनी बुद्धि के तल ते जिहड़ा जी रहा है फिर उन्होंने इत्थे नहीं खलोना चाहिए, उन्होंने बुद्धि होर अगे लै जानी, फिर अरदास नाल की हो जाएगा। इस करके धर्म के द्वारे ते जिथे बुद्धि की पहुँच खत्म हो जाती है उत्थों फिर धर्म का मार्ग शुरू होता है। जदों तई अपनी मत अगे धरी है उदों तई कुछ धर्म चो कुछ नहीं प्राप्त होता। साध संगत मैं कई बार सोचदा भगत धन्ना जी जे किते सोच लेंदे मूर्ति तो कुछ मिलना है, ये की रब है, नहीं सी मिलना। बंदगी करन लगे भावें मूर्ति अगे बह के कीती ते बंदगी। भगत धन्ना जी ने यह भी कहा जो जन तुमरी भगत करन ते तिनके काज सवार। कई ऐसे ने बाहरों बाहरों जिमें दवाई बारे पहले ही डिस्कशन करी जाएंगे, ये दवाई लगेगी कि नहीं लगेगी, खानी नहीं है, बाहरों डिस्कशन करी जानी है, ये दवाई ठीक है खंघ वास्ते, लगी खंघ है, पूछी जाएंगे कि दुकान तो पूछया, दूजी तो पूछया, चौथी तो, 8-10 तो रोज़ पूछ लेंदे ने, खानी कदे भी नहीं, किसी दे भी नहीं। ये हालात मनुख दे ने। ये अद्धा किते सोचदा मैं रब दे दर ते तुर लवां, 2 कदम पिछे भी धर लैंदा कि पता ना मिले, हजे धरिया नहीं, चलना भी चाहुंदा है पिछे भी धर लैंदा है। ये सोचदा दुनिया भी बनी रहे परमात्मा भी बनिया रहे, रब है भी है नहीं भी है। एक इस करके ना एक शायर ने बड़ा सोहना लिखिया, कहंदे जे परमात्मा नहीं है फिर जिक्र क्यों, जे नहीं है फिर जिक्र क्यों, जे है फिर फिक्र क्यों। जे वो है, जे महाराज बाणी च कहंदे ने, बाणी तो कहंदी है बार बार कहंदी है, नानक चिंता मत करो चिंता तिस ही है। जे वो है फिर फिक्र कादा, जे फिक्र नहीं फिर जे फिक्र नहीं फिर चेहरे के उत्ते निराशा कैदी, उदासी कैसी, फिर चेहरा खुश होना चाहिए, फिर जो कुछ कर रहा भला कर रहा। इस करके महाराज कहते हैं ये बौली दे विच जिहड़ा इशनान करेगा उहदी 84 कट्टी जाएगी। हुण जे मनण ते आए तो कट्टी जानी है, ना मनण ते आए फिर कली इत्थे नहीं जिन्नियां मर्जी दुकानां ते जाई जाए उहदी कितों भी नहीं कट्टी जानी। क्यों? पूछत पथिक तेह मार्ग न धरै पग, प्रीतम के देश कैसे बातन से जई है। भाई गुरदास जी कहते रोज़ राह वालियां नूं पुछ लैंदा दिल्ली किहड़ा राह जांदा है, जिन्ने जीटी रोड तो लंघदे ने सारियां नूं पुछी जांदा है, सारे इशारा अगे नूं ही करदे ने, रोज़ खलो जांदा जीटी रोड ते जाके रोज़ पुछदा है, टलदा है नहीं। फिर कहते जेड़े चले नहीं उन्हां कदे भी मंजिलां ते नहीं पहुंचना है। इस वेद अतिक महात्म ताहे, श्री गुर अमरदास मुख प्राहे। इस करके महाराज कहते ये बौली का बड़ा महात्म है। ये जिहड़े शुभ वचन ने महात्म वाले ये गुरु अमरदास जी ने अपने पावन मुख तो उचारण किए हैं। कर है आप इस्नान सो नीर, होए बहुत सिखयन की पीर। महाराज आप भी बौली विच इशनान करते ने अते होर भी बड़े सिखां दे इशनान करन वास्ते भीड़ लग जाती है। कर है चौंक सौ मजन सारे, बहुर सराहे सुजस पसारे। सारे सिख बड़े शौक दे नाल इशनान करते ने, जिथे किथे भी जाते ने गुरु साहिब जी का श्रेष्ठ जस फैला देंदे हन। धन्य गुरु कीनस उपकारा, शरण पर है
ਤਾਰਿਓ ਘਨ ਭਾਰਾ। ਗੁਰੂ ਧੰਨ ਹੈ ਜਿਨੇ ਏਡਾ ਵੱਡਾ ਪਰਉਪਕਾਰ ਕੀਤਾ ਹੈ, ਸਾਰੇ ਸਿੱਖਾਂ ਦੇ ਵੱਡੇ ਵੱਡੇ ਕਲਮਲਾਂ ਨੂੰ ਲਾਹ ਦਿੱਤਾ ਹੈ। ਇੱਕ ਲੋਹਾਰ ਤਹ ਕਾਰ ਕਰਤ ਹੈ, ਕਾਠਨ ਕੀ ਪੌਰੀ ਸੋ ਕਰਤ ਹੈ। ਇੱਕ ਨਾ ਲੋਹਾਰ ਵੀ ਉੱਥੇ ਕੰਮ ਕਰਦਾ ਸੀ, ਤੇ ਉਹ ਲੋਹਾਰ ਉਹਦਾ ਕਰਮ ਸੀ, ਉਹ ਲੱਕੜ ਦੀਆਂ ਪੌੜੀਆਂ ਘੜ ਘੜ ਕੇ ਉੱਥੇ ਰੱਖਿਆ ਕਰਦਾ ਸੀ। ਅਪਰਕਾਰ ਜੋ ਹੋਵੇ ਸੋ ਕਰਹੀ, ਕਾਸ਼ਟ ਲੋਹਾ ਨਿਜ ਕਰ ਕਰਹੀ। ਉਹ ਆਪਣੇ ਹੱਥਾਂ ਦੇ ਨਾਲ ਲੋਹੇ ਨੂੰ ਪਿਘਲਾਉਣਾ, ਘੜ ਦੇਣਾ, ਲੱਕੜਾਂ ਨੂੰ ਘੜਨਾ, ਇਹ ਦੋਵੇਂ ਹੀ ਕਾਰਜ ਕਰਿਆ ਕਰਦਾ ਸੀ। ਜਲ ਕੇ ਨਿਕਟ ਸਪਤ ਸੋ ਪਾਨ, ਲਾਏ ਕਾਟ ਤਿਨ ਰਚੀ ਮਹਾਨ। ਉਸ ਨੇ ਪੌੜੀਆਂ ਦੇ ਨੇੜੇ ਨੇੜੇ ਲੱਕੜ ਦੀਆਂ ਪੌੜੀਆਂ ਬਣਾ ਦਿੱਤੀਆਂ ਸਨ। ਜਿਸ ਤੇ ਜਲ ਸੁਖੇ ਨਹੀਂ ਲੈ, ਨਾਹੈ ਪਾਨ ਜੋ ਚਹਿ ਕਰੇ। ਹੁਣ ਜਦੋਂ ਪੌੜੀਆਂ ਬਣ ਗਈਆਂ, ਜਿਹੜਾ ਵੀ ਇਸ਼ਨਾਨ ਕਰਨਾ ਚਾਹੁੰਦਾ ਸੀ ਬੜੇ ਸੌਖਾ ਹੀ ਲੈ ਲੈਂਦਾ ਸੀ। ਇਸ ਕਰਕੇ ਸੰਗਤ ਦੀ ਸੁਗਮਤਾ ਵਾਸਤੇ ਉਸਨੇ ਪੌੜੀਆਂ ਬਣਾਈਆਂ ਹਨ। ਤਿਸ ਕੀ ਕ੍ਰਿਤ ਹੇਰ ਗੁਰ ਪੂਰੇ, ਸੋ ਪ੍ਰਸੰਨ ਬੁਲਾਵੇ ਹਦੂਰੇ। ਮਹਾਰਾਜ ਜੀ ਨੇ ਉਹਦੀ ਕ੍ਰਿਤ ਵੇਖ ਕੇ ਬੜੇ ਖੁਸ਼ ਹੋਏ ਅਤੇ ਉਸ ਨੂੰ ਆਪਣੇ ਕੋਲ ਬੁਲਾਇਆ ਹੈ। ਸੁਣ ਆਇਤ ਕੋ ਤਤ ਚਿਨ ਆਵਾ, ਵੱਡ ਭਾਗੀ ਚਰਨਨ ਸਿਰ ਲਾਵਾ। ਆ ਕੇ ਗੁਰੂ ਜੀ ਦੇ ਕੋਲ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ। ਤਿਸ ਕੇ ਮਸਤਕ ਧਰ ਧਰ ਹਾਥ, ਮੰਤਰ ਸੋ ਸਤ ਨਾਮ ਦੀਏ ਨਾਥ। ਮਹਾਰਾਜ ਜੀ ਨੇ ਉਹਦੇ ਮਸਤਕ ਤੇ ਹੱਥ ਧਰ ਕੇ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਸਤਨਾਮ ਦਾ ਮੰਤਰ ਦਿੱਤਾ। ਸਾਧ ਸੰਗਤ, ਜਦੋਂ ਗੁਰੂ ਜੀ ਸੇਵਾ ਤੋਂ ਖੁਸ਼ ਹੁੰਦੇ ਨੇ, ਇੱਕ ਵਾਰੀ ਮਹਾਰਾਜ ਜੀ ਦੇ ਇਤਿਹਾਸ ਵਿੱਚ ਆਦਮ ਨਾਮ ਆਇਆ ਹੈ। ਬਾਬਾ ਆਦਮ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ। ਠੰਡ ਦਾ ਟਾਈਮ ਸੀ, ਸੰਗਤਾਂ ਬੜਾ ਠੰਡ ਮਹਿਸੂਸ ਕਰ ਰਹੀਆਂ ਸਨ। ਉਹਨੇ ਆਪਣੀ ਘਰ ਦੀ ਨੂੰ ਨਾਲ ਲੈ ਕੇ ਲੱਕੜਾਂ ਖਰੀਦ ਕੇ ਥਾਂ ਥਾਂ ਤੇ ਅੱਗ ਲਗਾ ਦਿੱਤੀ ਸੰਗਤ ਦੇ ਸੇਕਣ ਹਿੱਤ। ਸੰਗਤ ਬੜੇ ਪ੍ਰੇਮ ਨਾਲ, ਠੰਡ ਜਦੋਂ ਉਤਰੀ, ਸਾਰੀ ਸੰਗਤ ਬੜਾ ਆਨੰਦ ਮਾਣ ਰਹੀ, ਰੱਬ ਦਾ ਜਸ ਗਾ ਰਹੀ ਸੀ। ਗੁਰੂ ਅਮਰਦਾਸ ਜੀ ਬਾਹਰੋਂ ਆਏ, ਉਹਨਾਂ ਵੇਖਿਆ ਕਿ ਸੰਗਤ ਬਹੁਤ ਖੁਸ਼ ਹੈ। ਹੁਣ ਸੰਗਤ ਖੁਸ਼ ਹੈ ਤੇ ਗੁਰੂ ਵੀ ਖੁਸ਼। ਗੁਰੂ ਜੀ ਪੁੱਛਦੇ ਨੇ, ਭਾਈ ਇਹ ਕਾਰਜ ਕਿਹਨੇ ਕੀਤਾ? ਕਹਿੰਦੇ ਮਹਾਰਾਜ ਫਲਾਣਾ ਸਿੱਖ ਆਇਆ ਉਹਨੇ। ਕਹਿੰਦੇ ਅਸੀਂ ਬਹੁਤ ਖੁਸ਼ ਹਾਂ, ਕਿਉਂਕਿ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਕਹਿੰਦੇ ਅਸੀਂ ਖੁਸ਼ ਹਾਂ, ਭਾਈ ਦੱਸੋ ਕੀ ਚਾਹੀਦਾ? ਉਹਨੂੰ ਸੱਦ ਲਿਆ ਬਾਬੇ ਆਦਮ ਨੂੰ। ਕਹਿੰਦੇ ਭਾਈ ਦੱਸ ਤੈਨੂੰ ਕੀ ਚਾਹੀਦਾ? ਹੁਣ ਉਹ ਬੋਲਿਆ ਕੁਛ ਨਾ। ਕਹਿੰਦੇ ਮਹਾਰਾਜ ਚਾਹੀਦਾ ਤੇ ਹੈ। ਉਹ ਤੇ ਉਹਦੀ ਘਰ ਦੀ ਉਮਰ 50-55 ਸਾਲ ਦੀ, ਘਰ ਵਿੱਚ ਲੜਕਾ ਨਹੀਂ ਸੀ। ਹੁਣ ਉਹ ਸੋਚਦਾ ਮੈਂ ਜੇ ਮੰਗਾਂਗਾ ਸ਼ਰਮ ਕਰਦਾ ਹੈ, ਮੰਗਿਆ ਨਹੀਂ, ਚਲਾ ਗਿਆ। ਆਪਣੀ ਘਰ ਦੀ ਨੂੰ ਦੱਸਿਆ ਵੀ ਗੁਰੂ ਜੀ ਖੁਸ਼ ਤੇ ਹੋ ਗਏ ਸਨ, ਤੀਰ ਤੇ ਉਹਨਾਂ ਨੇ ਫੜ ਲਿਆ ਸੀ, ਚਲਾਉਣ ਹੀ ਲੱਗੇ ਸੀ, ਮੈਂ ਹੀ ਅੱਗੇ ਨਿਸ਼ਾਨਾ ਨਹੀਂ ਦਿੱਤਾ। ਕਹਿੰਦੀ ਕਿਉਂ ਨਹੀਂ ਦਿੱਤਾ? ਕਹਿੰਦੇ ਮੈਨੂੰ ਸ਼ਰਮ ਆ ਗਈ। ਕਹਿੰਦਾ ਕੋਈ ਨਹੀਂ, ਕੱਲ ਨੂੰ ਮੈਂ ਜਾਵਾਂਗੀ ਨਾਲ। ਉਹ ਨਾਲ ਗਈ। ਕਹਿੰਦੇ ਮਹਾਰਾਜ, ਕਹਿੰਦੇ ਬੋਲੋ। ਮਹਾਰਾਜ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਨੂੰ ਪੁੱਤਰ ਦੀ ਜ਼ਰੂਰਤ ਹੈ। ਗੁਰੂ ਜੀ ਕਹਿੰਦੇ ਤੁਹਾਡੇ ਕਰਮਾਂ ਦੇ ਵਿੱਚ ਤੇ ਨਹੀਂ ਹੈ, ਪਰ ਇਹ ਜਿਹੜੀ ਸੰਗਤ ਦੀ ਸੇਵਾ ਹੈ ਇਹਨੇ ਤੁਹਾਡੇ ਕਰਮ ਵੀ ਬਦਲ ਦਿੱਤੇ ਨੇ। ਸਾਧ ਸੰਗਤ, ਸੰਗਤ ਦੀ ਕੀਤੀ ਹੋਈ ਸੇਵਾ ਮਨੁੱਖ ਦੇ ਕਰਮ ਵੀ ਬਦਲ ਦਿੰਦੀ। ਮਹਾਰਾਜ ਗੁਰੂ ਰਾਮਦਾਸ ਜੀ ਸਾਡੇ ਕਰਮਾਂ, ਭਾਈ ਵੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਅਸ਼ਟ ਚਮਤਕਾਰ ਦੇ ਵਿੱਚ ਇਹ ਸਾਖੀ ਲਿਖੀ ਹੈ। ਮਹਾਰਾਜ ਜੀ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ, ਉਹਨਾਂ ਦੇ ਘਰ ਪੁੱਤਰ ਹੋਇਆ। ਨਾਮ ਵੀ ਪਹਿਲਾਂ ਦੱਸ ਦਿੱਤਾ ਔਰ ਇਹ ਵੀ ਕਿਹਾ ਇਹ ਪੁੱਤਰ ਬੜਾ ਸ੍ਰੇਸ਼ਟ ਹੋਏਗਾ, ਇਹਦੀ ਗੱਦੀ ਚੱਲੇਗੀ। ਸਾਧ ਸੰਗਤ, ਇਸ ਕਰਕੇ ਜਦੋਂ ਮਨੁੱਖ ਸੇਵਾ ਭਾਵਨਾ ਨਾਲ ਸੇਵਾ ਕਰਦਾ ਹੈ, ਪਰਮਾਤਮਾ ਉਹਦੀ ਸੇਵਾ ਆਪਣੇ ਦਰ ਤੇ ਕਬੂਲ ਕਰ ਲੈਂਦਾ ਹੈ। ਸੰਤ ਸੁਧਾਰਨ ਨਾਮ ਧਰਿਓ ਤੇ, ਪ੍ਰਾਪਤ ਹਿਰਦੈ ਪ੍ਰਕਾਸ਼
ਪਾਸ ਲਹਿਓ ਜਿਹੇ। ਮਹਾਰਾਜ ਨੇ ਸਿਰਫ ਹੱਥ ਧਰਿਆ ਉਹਦੇ ਮਸਤਕ ਤੇ, ਜਿਹਨੂੰ ਬਾਣੀ 'ਚ ਕਿਹਾ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਹੱਥ ਸਿਰ ਦੇ ਉੱਤੇ ਮਸਤਕ ਦੇ ਉੱਤੇ ਹੱਥ ਧਰਿਆ ਤੇ ਉਹਦਾ ਨਾਮ ਪਾਇਆ। ਕਹਿੰਦੇ ਅੱਜ ਤੋਂ ਤੇਰਾ ਨਾਮ ਭਾਈ ਸਧਾਰਨ ਹੈ। ਤੇ ਉਸ ਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਨੇ ਗਿਆਨ ਦਾ ਪ੍ਰਕਾਸ਼ ਦੇ ਦਿੱਤਾ ਹੈ। ਸੇਵ ਪਰੀ ਸਭ ਥਾਏ ਤੁਮਾਰੀ, ਜਾਏ ਰਹੋ ਅਬ ਗ੍ਰਹਿ ਮਝਾਰੀ। ਮਹਾਰਾਜ ਕਹਿੰਦੇ ਅੱਜ ਤੁਹਾਡੀ ਸਾਰੀ ਸੇਵਾ ਸਫਲ ਹੋ ਗਈ। ਤੂੰ ਪੌੜੀਆਂ ਬਣਾਈਆਂ ਸੰਗਤ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਕਿੱਥੇ ਵਸਦਾ ਹੈ? ਜਿੱਥੇ ਉਹਦੇ ਪਿਆਰੇ ਨਾਮ ਜਪਣ ਵਾਲੇ ਨੇ ਉਹਨਾਂ ਵਿੱਚ ਵਸਦਾ ਹੈ। ਜੇ ਪਰਮਾਤਮਾ ਵੇਖਣਾ ਕਿੱਥੇ ਵੇਖਣਾ? ਸੰਗਤ ਵਿੱਚ ਵਿਖੇਗਾ। ਇਸ ਕਰਕੇ ਕਹਿੰਦੇ ਤੁਸੀਂ ਸੰਗਤ ਦੀ ਸੇਵਾ ਕੀਤੀ ਹੈ, ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ। ਕਰੋ ਭਜਨ ਬੈਠੇ ਸੁਖ ਪਾਵੋ, ਲੈਣ ਦੇਣ ਕੋ ਕਹੂੰ ਨਾ ਜਾਵੋ। ਕਿੱਡੀ ਵੱਡੀ ਬਖਸ਼ਿਸ਼ ਕੀਤੀ। ਕਹਿੰਦੇ ਹੁਣ ਕਿਤੇ ਕਮਾਉਣ ਦੀ ਲੋੜ ਨਹੀਂ, ਆਪਣੇ ਘਰ ਵਿੱਚ ਜਾ ਕੇ ਸਿਰਫ ਸਤਨਾਮ ਦਾ ਜਾਪ ਕਰ, ਸਭ ਕੁਝ ਉੱਥੇ ਹੀ ਆਈ ਜਾਣਾ ਹੈ। ਗੁਰੂ ਨੇ ਮੰਤਰ ਦਿੱਤਾ ਹੈ, ਸਿਰਫ ਸਤਨਾਮ ਦਾ ਜਾਪ ਕਰਨਾ। ਗੁਰਬਾਣੀ ਕਹਿੰਦੀ ਹੈ ਕਈ ਕੋਟ ਘਾਲੇ ਥਕ ਪਾਏ। ਕਈ ਸਾਰਾ ਦਿਨ ਕਮਾਉਣ ਤੇ ਲੱਗੇ ਨੇ, ਪੂਰੀ ਅੱਜ ਤਾਈਂ ਵੀ ਨਹੀਂ ਪਈ। ਕਈ ਕੋਟ ਬੈਠਤ ਹੀ ਖਾਏ, ਕਈ ਕਰੋੜ ਬੈਠਿਆਂ ਹੀ ਖਾਂਦੇ ਨੇ। ਕਈਆਂ ਨੂੰ ਰੱਬ ਬੈਠਿਆਂ ਹੀ ਦੇਈ ਜਾਂਦਾ, ਜਿੱਥੇ ਬੈਠੇ ਨੇ ਉੱਥੇ ਹੀ ਵਸਤੂਆਂ ਭਜਾਈ ਜਾਂਦਾ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਕਈਆਂ ਨੂੰ ਉਹਨਾਂ ਨੇ ਭਜਾਉਣ ਤੇ ਲਾਇਆ ਹੋਇਆ ਹੈ। ਕਈ ਐਸੇ ਨੇ ਜ਼ਿੰਦਗੀ ਵਿੱਚ ਆਨੰਦ ਮਾਣ ਰਹੇ ਨੇ, ਪਰਮਾਤਮਾ ਬੈਠਿਆਂ ਹੀ ਦੇਈ ਜਾਂਦਾ ਹੈ। ਹੋਏ ਨਿਹਾਲ ਗੁਰ ਕੋ ਬਚ ਮਾਨਾ, ਸਤ ਨਾਮ ਨਿਤ ਸਿਮਰਨ ਠਾਨਾ। ਉਹ ਲੋਹਾਰ ਨੇ ਗੁਰੂ ਜੀ ਦਾ ਹੁਕਮ ਮੰਨਿਆ, ਹਮੇਸ਼ਾ ਚਲਦਿਆਂ ਫਿਰਦਿਆਂ ਸਤਨਾਮ ਦਾ ਜਾਪ ਕਰੀ ਜਾਂਦਾ ਹੈ। ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ, ਪਾਇਓ ਆਨੰਦ ਬਿਲੰਦ ਅਨਾਸੀ। ਆਪਣੇ ਘਰ ਦੇ ਵਿੱਚ ਗਿਆ, ਬੜਾ ਵੱਡਾ ਸੁੱਖ ਪ੍ਰਾਪਤ ਕੀਤਾ, ਉਸ ਅਬਿਨਾਸ਼ੀ ਪ੍ਰਭੂ ਦੇ ਨਾਲ ਜੁੜ ਗਿਆ ਹੈ। ਹਿਤ ਗੰਗਾ ਇਸ਼ਨਾਨ ਕੇ, ਸੰਗ ਚੱਲਿਓ ਬਹੁ ਜਾਤ। ਇਹ ਦੂਜੀ ਘਟਨਾ ਵਾਪਰਨ ਲੱਗੀ ਹੈ। ਉੱਥੇ ਹੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਬੜੇ ਮਨੁੱਖ ਜਾਣ ਲੱਗੇ ਹਨ। ਤਿਸੀ ਪੰਥ ਆਵਤ ਭਏ, ਜਿਸ ਪੁਰ ਗੁਰੂ ਰਹਾਤ। ਉਹ ਉਸੇ ਹੀ ਰਾਹ ਆ ਰਹੇ ਨੇ। ਗੋਇੰਦਵਾਲ ਸਾਹਿਬ ਦਾ ਰਾਹ ਇੱਕੋ ਹੀ ਟਾਪੂ ਸੀ, ਉਹੀ ਮਤਲਬ ਮੇਨ ਜਿਹੜੀ ਜਿੱਥੋਂ ਦੀ ਪਾਰ ਹੁੰਦੇ ਸੀ ਬਿਆਸਾ ਦਰਿਆ, ਉਹ ਗੋਇੰਦਵਾਲ ਸਾਹਿਬ ਸੀ ਮੇਨ। ਹੁਣ ਉੱਥੋਂ ਦੇ ਉਹਨਾਂ ਨੇ ਬਿਆਸਾ ਲੰਘ ਕੇ ਜਾਣਾ ਸੀ। ਉਹ ਗੰਗਾ ਤੇ ਜਾਂਦੇ ਜਾਂਦੇ ਗੋਇੰਦਵਾਲ ਸਾਹਿਬ ਆ ਰਹੇ ਹਨ। ਡੇਰਾ ਕਿਓ ਆਨ ਕੈ ਸੰਗ, ਜੋ ਮੱਜਨ ਕੋ ਗਮਨਤ ਗੰਗ। ਇੱਕ ਸੰਗ ਨੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਆ ਕੇ ਗੋਇੰਦਵਾਲ ਸਾਹਿਬ ਡੇਰਾ ਕਰ ਲਿਆ, ਜਿਹੜੇ ਗੰਗਾ ਤੇ ਇਸ਼ਨਾਨ ਕਰਨ ਲਈ ਚੱਲੇ ਸਨ। ਤਿਸ ਮੈਂ ਏਕ ਮੀਤ ਗੁਰ ਕੇਰਾ, ਪ੍ਰਥਮ ਬੈਸ ਕੋ ਹੁਤੋ ਬਡੇਰਾ। ਉਹਨਾਂ ਦੇ ਵਿੱਚ ਇੱਕ ਗੁਰੂ ਜੀ ਦਾ ਮਿੱਤਰ ਵੀ ਸੀ, ਜਿਹੜਾ ਸ਼ੁਰੂ ਦੇ ਵਿੱਚ ਮਹਾਰਾਜ ਜੀ ਦੇ ਨਾਲ ਬਚਪਨ ਦੇ ਵਿੱਚ ਵੀ ਰਿਹਾ ਕਰਦਾ ਸੀ। ਸੋ ਮਿਲਬੇ ਹਿਤ ਗੁਰ ਡਿਗ ਆਇਓ, ਮਿਲ ਕਰ ਵੱਡ ਲੱਖ ਸੀਸ ਝੁਕਾਇਓ। ਉਹ ਮਿਲਣ ਵਾਸਤੇ ਗੁਰੂ ਜੀ ਨੂੰ ਆਇਆ ਅਤੇ ਗੁਰੂ ਜੀ ਨੂੰ ਵੱਡਾ ਸਮਝ ਕੇ ਉਸਨੇ ਸੀਸ ਝੁਕਾਇਆ ਹੈ। ਪਾਪੀ ਪਰ ਬੈਠੇ ਤਿਸ ਕਾਲ, ਕੁਸਲ ਪ੍ਰਸੰਨ ਕਰ ਕੈ ਹਿਤ ਨਾਲ। ਮਹਾਰਾਜ ਉਦੋਂ ਬੌਲੀ ਦੇ ਉੱਤੇ ਬੈਠੇ ਸਨ। ਉਸ ਨੂੰ ਆਇਆ, ਉਸ ਨੂੰ ਪੁੱਛਿਆ, ਭਾਈ ਤੇਰਾ ਪਰਿਵਾਰ ਠੀਕ ਹੈ? ਸਾਰੇ ਪਰਿਵਾਰ ਦੇ ਵਿੱਚ ਕੁਸ਼ਲ ਮੰਗਲ ਹੈ? ਸਾਧੂ ਹੁਤੋ ਤਿਸੈ ਸਮਝਾਇਓ, ਚਲਬੇ ਪੰਥ ਕਸ਼ਟ ਕਿਉਂ ਪਾਇਓ। ਉਹ ਭਲਾ ਪੁਰਖ ਸੀ, ਭਲਾ ਜਾਣ ਕੇ ਗੁਰੂ ਉਪਦੇਸ਼ ਦਿੰਦਾ, ਹਰ ਕਿਸੇ ਨੂੰ ਨਹੀਂ। ਸਾਧ ਸੰਗਤ, ਚੰਗਾ ਜ਼ਿਮੀਦਾਰ ਹੁੰਦਾ ਹੈ, ਧਰਤੀ ਵੇਖ ਕੇ ਬੀਜ ਬੀਜਦਾ, ਕਲਰ ਵਿੱਚ ਕੋਈ ਨਹੀਂ ਬੀਜ ਬੀਜਦਾ। ਚੰਗਾ ਜ਼ਿਮੀਦਾਰ ਧਰਤੀ ਵਹਿੰਦਾ। ਗੁਰੂ ਜੀ ਨੇ ਵੇਖਿਆ ਭਲਾ ਪੁਰਸ਼ ਹੈ, ਇਹਦੇ ਅੰਦਰ ਗੱਲ ਠਹਿਰ ਸਕਦੀ ਹੈ, ਕਿਉਂਕਿ ਇਹ ਖਾ ਵੀ ਸਕਦਾ ਹੈ ਤੇ ਪਚਾ ਵੀ ਸਕਦਾ ਹੈ। ਮਹਾਰਾਜ ਉਹਨੂੰ ਕਹਿੰਦੇ ਨੇ, ਭਾਈ ਕਿਉਂ ਇੰਨੀ ਦੂਰ ਤੂੰ ਜਾ ਰਿਹਾ ਹੈ? ਕਿਉਂ ਆਪਣੇ ਸਰੀਰ ਨੂੰ ਕਸ਼ਟ ਦੇਣ ਲੱਗਾ ਹੈ? ਦੂਰ ਪੰਥ ਪਹੁੰਚੋ ਸ਼ਰਮ ਧਾਰੇ, ਤੋਹੇ ਭਲੇ ਹਿਤ ਹੈ
ਮਮ ਪਿਆਰੇ। ਤੂੰ ਇੰਨੀ ਦੂਰ ਨਾ ਜਾ, ਤੇਰੀ ਮੁਸ਼ਕਲਾਂ ਦੂਰ ਕਰਨ ਵਾਸਤੇ ਹੀ ਮੈਂ ਇਹ ਬੌਲੀ ਦੀ ਰਚਨਾ ਕੀਤੀ ਹੈ। बीच बापिका गंगा आनी और सरदा तर हो स्नानी। ਮਹਾਰਾਜ ਕਹਿੰਦੇ ਆ ਬੌਲੀ ਦੇ ਵਿੱਚ ਹੀ ਗੰਗਾ ਆ ਗਈ ਹੈ, ਤੂੰ ਇੱਥੇ ਹੀ ਇਸ਼ਨਾਨ ਕਰ ਲੈ। नह शंका किम मन मह जानो जान सुरसरी मज्जन ठानो। ਇਸ ਬੌਲੀ ਨੂੰ ਤੂੰ ਗੰਗਾ ਜੀ ਸਮਝ ਕੇ ਇਸ਼ਨਾਨ ਕਰ ਲੈ, ਤੇਰਾ ਭਲਾ ਹੋਏਗਾ। फल जो चाहो निश्चय पावो उन कर गमनो हर गुण गावो। ਜੋ ਵੀ ਮਹਾਤਮ ਤੂੰ ਚਾਹੁੰਦਾ ਹੈ ਇੱਥੋਂ ਹੀ ਤੈਨੂੰ ਪ੍ਰਾਪਤ ਹੋ ਜਾਏਗਾ, ਤੇ ਆਪਣੇ ਘਰ ਜਾ ਕੇ ਪਰਮੇਸ਼ਰ ਦੀ ਬੰਦਗੀ ਕਰੀ। बाप गुरु को मानस नाना किम ए सुरसरी शंका ठाना। ਉਹਨੇ ਇਸ਼ਨਾਨ ਤੇ ਵਿੱਚ ਕਰ ਲਿਆ, ਪਰ ਮਨ ਵਿੱਚ ਸ਼ੰਕਾ ਰੱਖੀ ਵੀ ਇਹ ਕਿਵੇਂ ਇਸ਼ਨਾਨ ਗੰਗਾ ਦਾ ਹੋ ਗਿਆ। ਇਹ ਉਹਦੇ ਮਨ ਵਿੱਚ ਸ਼ੰਕਾ ਹੈ। ਕੱਲ ਨੂੰ ਅਸੀਂ ਅੱਗੇ ਕਥਾ ਗੁਰੂ ਜੀ ਹੁਣ ਉਹਦਾ ਕੀ ਕੋਤਕ ਜਾਏਗਾ ਤੇ ਉਹ ਜ਼ਰੂਰ ਗੰਗਾ ਤੇ ਉੱਥੇ ਫਿਰ ਕੀ ਕੋਤਕ ਵਰਤਾਉਂਦੇ ਨੇ। ਜਿਵੇਂ ਸਾਧ ਸੰਗਤ ਲਾਡਵੇ ਦੇ ਕੋੜੀ ਨਗਰ ਹੈ ਝਿਵਰੇੜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉੱਥੇ ਇੱਕ ਬੜਾ ਵੱਡਾ ਫਕੀਰ ਰਹਿੰਦਾ ਸੀ। ਉਹ ਵੀ ਮਹਾਰਾਜ ਜੀ ਨੇ ਉੱਥੇ ਵੀ ਹੁਣ ਬੌਲੀ ਸਾਹਿਬ ਬਾਬਾ ਦਿਲਬਾਗ ਸਿੰਘ ਜੀ ਸੇਵਾ ਕਰਾ ਰਹੇ ਨੇ, ਉਹਨਾਂ ਨੇ ਬਣਾਈ ਹੈ। ਉਹਨੇ ਵੀ ਗੜਬਾ ਜਿਹੜਾ ਹੈ ਉੱਥੇ ਉਹਦਾ ਗੁੰਮ ਹੋਇਆ ਤੇ ਇੱਥੋਂ ਆ ਕੇ ਉਹਨੂੰ ਬੌਲੀ ਵਿੱਚੋਂ ਲੱਭ ਪਿਆ। ਇਹ ਬੜਾ ਵੱਡਾ ਮਹਾਤਮ ਹੁੰਦਾ ਹੈ, ਗੁਰੂ ਬੜੀ ਵੱਡੀ ਸ਼ਕਤੀ ਹੁੰਦੀ ਹੈ। ਬੜੀ ਜਿਹੜੇ ਨਾਮ ਜਪਦੇ ਨੇ ਸਾਧ ਸੰਗਤ, ਬੜੀ ਵੱਡੀਆਂ ਸ਼ਖਸੀਅਤਾਂ ਹੁੰਦੀਆਂ ਨੇ, ਉਹ ਕੋਈ ਆਮ ਲੋਕ ਨਹੀਂ ਹੁੰਦੇ। ਦੁਨੀਆ ਤੋਂ ਬਹੁਤ ਵੱਡੇ ਮਨੁੱਖ ਬਣ ਜਾਂਦੇ ਨੇ। ਬਾਣੀ ਕਹਿੰਦੀ ਹੈ ਜਿਹੜੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਬੰਦਗੀ ਵਿੱਚ ਬੜੀਆਂ ਬਰਕਤਾਂ ਨੇ। ਬੰਦਗੀ ਮਨੁੱਖ ਨੂੰ ਮਨੁੱਖ ਨਹੀਂ ਛੱਡਦੀ, ਦੇਵਤਾ ਬਣਾ ਦਿੰਦੀ ਹੈ। ਰਿੱਧੀਆਂ ਸਿੱਧੀਆਂ ਉਹਦੇ ਕੋਲ ਹੁੰਦੀਆਂ ਨੇ, ਕਿਸੇ ਨੂੰ ਵੀ ਕੁਝ ਵੀ ਦੇ ਸਕਦਾ ਹੈ। ਏਡੀ ਵੱਡੀ ਮਹਾਤਮ ਗੁਰੂ ਦਾ ਹੈ। ਕੱਲ ਨੂੰ ਅਸੀਂ ਵੇਖਾਂਗੇ, ਕਿਉਂਕਿ ਉਹਨੇ ਸ਼ੰਕਾ ਮਨ ਵਿੱਚ ਬਣਾ ਲਿਆ ਇਹ ਗੰਗਾ ਦੇ ਬਰਾਬਰ ਕਿਵੇਂ ਹੈ। ਇਹ ਕੱਲ ਨੂੰ ਹੁਣ ਅੱਗੇ ਕਥਾ ਆਰੰਭ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਆਪ ਸਭ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਣ। ਆਪ ਜੀ ਐਵੇਂ ਨਿਰੰਤਰ ਸੰਗਤ ਵਿੱਚ ਆ ਕੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦਿਲੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।